मुफ्ती खुदावंद के अजीम और बाबरकत नामे नाज़रीन, मैं सलीम इकबाल लाइव सेशन में आपको सलाम पेश करता हूँ। और नाज़रीन, इस वक्त मैं लाहौर के इलाका मेयर टाउन में मौजूद हूँ, जहाँ पर कत्ल की एक लर्जा खेजा वारदात जो है वो हुई है। और एक मसीही खातून को जो लम्स यूनिवर्सिटी की मुलाजमा है उसको इस्लाम कबूल न करने पर बड़ी बेदर्दी के साथ कत्ल करके उसके ऊपर तेजाब फेंक दिया। इस मुतासरा खानदान जो है वो मेरे साथ मौजूद है, तो उन्हीं की ज़बानी ये सारा वाक़या जो पेश आया वो सुनते हैं। मैं आपको बताता चलूं कि ये वो मसीही खातून है जिसकी पहले शारा काटी, फिर उसके बाद कत्ल कर दिया गया। और कत्ल करने के बाद जब उनको मुल्ज़मान को ठंड नहीं पड़ी, सफाक कातलों को, तो फिर उसके जिस्म पर चेहरे पर तेजाब भी फेंका। और नाज़रीन, मैं ये भी बताता चलूं कि इससे पहले उसके हस्बैंड को कत्ल करने के बाद रोड साइड एक्सीडेंट का जो वकूअ है वो भी बनाया गया। ये मासूम बच्चे हैं। बेटा थोड़ा सा फ्रेम नीचे करो, पकड़ लो तस्वीर को आप। एक बेटा ये, और ये बेटी है, फिर एक बेटा ये है। आपकी कितनी उम्र है भाई? 18 साल। एक 18 साल बेटा है जी। मां जी, दसोगे कि की वाकया पेश आया कि होया की किस तरह ਤੁਹਾਡੀ ਬੇਟੀ ਨੂੰ ਕਤਲ ਕੀਤਾ? ਬੇਟਾ ਉਹਨਾਂ ਨਾਲ ਉਹਨੂੰ ਪਹਿਲਾਂ ਤੇ ਕਰਦੇ ਸੀ, ਥੋੜਾ ਉੱਚੀ ਆਵਾਜ਼ ਸਮਾਜ ਬੋਲੋ ਜੀ। ਉਹਨੂੰ ਕਰਦੇ ਸੀ ਵੀ ਆਂਦੇ ਸੀ ਵੀ ਤੂੰ ਮੁਸਲਮਾਨੀ ਹੋ ਜਾ, ਅੱਛਾ, ਤੇ ਅਸੀਂ ਤੇਰੇ ਨਾਲ ਨਿਕਾਹ ਕਰ ਲਈਏ, ਆਪਣੇ ਬੱਚਿਆਂ ਨੂੰ ਵੀ ਤੇਰਿਆਂ ਨੂੰ ਮੁਸਲਮਾਨ ਕਰ ਲਾਂਗੇ। ਠੀਕ ਹੈ। ਹੈ ਤੇ ਫਿਰ ਉਹ ਨਹੀਂ, ਉਹਨੇ ਨਕਾਰ ਕੀਤਾ। ਜੀ। ਉਹਨੇ ਆਖਿਆ ਮੈਂ ਨਹੀਂ ਇਹ ਕਰਨਾ, ਜੀ। ਇਹ ਕੰਮ ਨਹੀਂ ਮੈਂ ਕਰ ਸਕਦੀ, ਮੈਂ ਕਿਉਂ ਕ੍ਰਿਸਚਨਾਂ ਦੀ ਬੇਟੀ ਆ ਜੀ। ਤੇ ਕ੍ਰਿਸਚਨ ਹੀ ਰਹਾਂਗੀ, ਤੇ ਮੈਂ ਤੇ ਦੁਆ ਨਮਾਜ਼ ਵਾਲੀ ਸਾਂ। ਹਾਂਜੀ। ਜਾਨੀ ਹਾਂ ਚਰਚ ਤੇ ਕਰਦੀ ਸਾਂ ਦੁਆ ਕਰਨੀ ਆ, ਤੇ ਮੈਂ ਨਹੀਂ ਇਹ ਕੰਮ ਕਰਨਾ ਜੀ। ਤੇ ਉਹਨਾਂ ਖੜ ਕੇ ਤੇ ਉਹਨੂੰ ਕਤਲ ਕਰ ਦਿੱਤਾ। ਕਤਲ ਕਰ ਦਿੱਤਾ। ਤੇ ਕਤਲ ਕਰਨ ਦੇ ਬਾਅਦ ਮਾਂ ਜੀ ਜਦੋਂ ਤੁਸੀਂ ਨਵਾਇਆ ਤੇ ਫਿਰ ਕੀ ਤੁਸੀਂ ਮਹਿਸੂਸ ਕੀਤਾ? ਮਹਿਸੂਸ ਅਸੀਂ ਕੀਤਾ, ਇੱਥੇ ਸਾਰਿਆਂ ਨਾਲ ਲਿਆਂਦਾ ਨਾ ਉੱਥੋਂ ਹਸਪਤਾਲੋਂ, ਤੇ ਆ ਸਾਰੇ ਮੂੰਹ ਤੇ ਉਹਨਾਂ ਤੇਜ਼ਾਬ ਪਾਇਆ ਸੀ, ਆ ਸ਼ਾਹ ਰਾਗ ਵੱਡੀ ਸੀ ਤੇ ਜਿਸਮ ਤੇ ਵੀ ਆ ਸਾਰੇ ਆ ਲੱਤਾਂ ਤੇ ਵੀ ਸੀ ਤੇਜ਼ਾਬ ਪਿਆ ਸੀ। ਤੇਜ਼ਾਬ ਪਿਆ ਹੋਇਆ ਸੀ। ਤੇਜ਼ਾਬ ਪਿਆ ਸੀ ਜੀ। ਤੇ ਮੈਂ ਤੇ ਬਹੁਤ ਮਜਬੂਰ ਹੋ ਗਈ ਆ। ਮੈਂ ਬਹੁਤ, ਇਹ ਬੱਚੇ ਜਿਹੜੇ ਮੇਰੇ ਵਾਸਤੇ ਅਜ਼ਾਬ ਹੋ ਗਏ ਨੇ, ਇਹ ਮੇਰੇ ਸਿਰ ਤੇ, ਮੈਂ ਕੀ ਕਰਾਂ? ਮੇਰੇ ਤੇ ਨਿੱਕੇ ਨਿੱਕੇ ਬੱਚੇ ਨੇ, ਮੈਂ ਕਿੱਧਰ ਜਾਵਾਂ ਲੈ ਕੇ? ਨਾਲ ਮੈਂ ਕਿਤੇ ਲੈ ਕੇ ਜਾ ਨਹੀਂ ਸਕਦੀ। ਮਾਂ ਜੀ, ਤੁਹਾਡੇ ਜਿਹੜੇ ਦੂਜੇ ਬੱਚੇ ਨੇ ਉਹ ਕਿੱਥੇ ਗਏ ਨੇ? ਉਹ ਨਾ ਇੱਥੇ ਰਹਿੰਦੇ ਸੀ, ਕੰਮ ਕਰਦੇ ਸੀ, ਇੱਕ ਦੋ ਨਾਈਆਂ ਦਾ ਕਰਦੇ ਸੀ, ਉਹ ਇਸਲਾਮਾਬਾਦ ਚਲੇ ਗਏ ਨੇ। ਤੇ ਇੱਕ ਦੋ ਡਰਦੇ ਹੋਏ ਇਹਨਾਂ ਤੋਂ ਨਿਕਲ ਗਏ ਨੇ ਵੀ ਇੱਥੇ ਇੱਕ ਦਿਨ ਲੈ ਕੇ ਨਾ ਤੇ ਪਿਸਤੌਲ ਤੇ ਰਫਲਾਂ ਲੈ ਕੇ ਤੇ ਭੱਜੇ ਫਿਰਦੇ ਸੀ ਇੱਥੇ ਗਲੀ ਦੇ। जे आप बच्चे भी निके निके, मैं अपनी वो छोटी बेटी शेयर करते जाइएगा। बहुत बड़ा जुल्म हुआ है। अभी मां जी से जानते। अच्छा मां जी, वो राइफल लेके फिरते ने, पिस्तौल लेके फिरते ते की धमकियां लांदे ने? धमकियां लांदे ने, आंदे ने बच्चे चुक लेने, ਅਸੀਂ ਬੱਚੇ ਵੀ ਚੁੱਕ ਲੈਣੇ, ਬੱਚੇ ਵੀ ਚੁੱਕ ਲੈਣੇ, ਬੱਚੇ ਵੀ ਚੁੱਕ ਲੈਣੇ ਆ। ਤੇ ਮੈਂ ਬਹੁਤ ਡਰਨੀ ਆ, ਮੈਂ ਬਹੁਤ ਮਜਬੂਰ ਹੋ ਗਈ ਜੀ। ਤੁਸੀਂ ਕੀ ਕਹਿਣਾ ਚਾਹੋਗੇ ਮਾਂ ਜੀ? ਮੈਂ ਬੇਟਾ ਨੇ ਕਿ ਬੱਚੇ ਅਸੀਂ ਲੁਕਾਉਂਦੇ ਫਿਰਨੇ ਆ ਜੀ। ਉਹਨਾਂ ਲੋਕਾਂ ਤੋਂ, ਜ਼ਾਲਮ ਲੋਕਾਂ ਤੋਂ ਅਸੀਂ ਬੱਚੇ ਲੁਕਾਉਂਦੇ ਫਿਰਨੇ ਆ। ਸਾਡੇ ਬੱਚਿਆਂ ਨੂੰ ਖਤਰਾ ਉਹਨਾਂ ਕੋਲੋਂ ਹੈ। ਬੱਚੇ ਅਸੀਂ ਕਦੀ ਕਿਤੇ ਘੱਲਨੇ ਆ, ਕਦੀ ਕਿਤੇ ਘੱਲਨੇ ਆ, ਤੇ ਅਸੀਂ ਮਜਬੂਰ ਆ। ਮਿਹਰਬਾਨੀ ਹੈ ਜੇ ਸਾਡੇ ਤੇ ਕਰਮ ਦੀ ਨਿਗਾਹ ਕੀਤੀ ਜਾਵੇ, ਖੁਦਾ ਤਾਂ ਉਹਨਾਂ ਦੇ ਸਾਥ ਹੋਵੇ, ਤੇ ਸਾਨੂੰ ਇਨਸਾਫ ਚਾਹੀਦਾ। जी। आपका क्या नाम बेटा? अलीजा। अलीजा, कितने साल के हो आप? 10 ईयर्स के। तो आप कौन सी क्लास में पढ़ते हो? 1 में। आपका क्या नाम बेटा? इमरान आपका नाम? इब्रार आपका नाम। तो कितनी उम्र है आपकी? 5 साल। 5 साल का। स्कूल जाना मां जी? हाँ जी। और एक भाई वो पीछे बैठा है, 18 साल इसकी एज है। ये भाई मदई है, और ये दिन रात इसको भी धमकियां दी जाती हैं कत्ल करने की, संगीन नताइज की। और अब ये मुल्जमान जो सफाक कातिल है उनसे छुपते फिरते। भाई की कहोगे तुसी? मैं ही कहांगा कि सर ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ, ਤੇ ਉਹਨਾਂ ਦੇ ਜਿਹੜੇ ਦੂਸਰੇ ਨਾਲ ਦੇ ਕਾਤਲ ਉਹ ਵੀ ਫੜੇ ਜਾਣ ਜੀ। ਕਿੰਨੇ ਕਾਤਲ ਨੇ ਟੋਟਲ? 4 ਕਾਤਲ ਨੇ। 4 ਕਾਤਲ ਨੇ। ਮੇਨ ਮੁਲਜ਼ਮ ਜਿਹੜਾ ਮਾਨੀ ਗੁਜਰ ਹੈ? ਹਾਂਜੀ ਜੀ। ਮਾਨੀ ਹੈ, ਉਹ ਭੇਜ ਗਿਆ, ਉਹ ਆਪ ਹੀ ਪੇਸ਼ ਉਹਨਾਂ ਨੇ ਕਰਵਾਤਾ। ਮਾਨੀ ਉਹਨਾਂ ਗੁਜਰ ਦਾ ਨੂੰ ਪੇਸ਼ ਕਰਾਤਾ। ਬਨੋਈ ਫੜਵਾਇਆ ਸੀ ਤੇ ਫਿਰ ਉਹਨੇ ਪੇਸ਼ ਕਰਵਾਇਆ। ਮਾਨੀ ਗੁਜਰ ਨੂੰ ਪੇਸ਼ ਕਰਾਤਾ। ਹਾਂਜੀ। ਤੇ ਇਹ ਮਾਨੀ ਗੁਜਰ ਕਹਿੰਦਾ ਸੀ ਇਸਲਾਮ ਕਬੂਲ ਕਰ ਲੈ। ਜੀ ਜੀ, ਇਹ ਵੀ ਕਹਿੰਦਾ ਸੀ ਕਿ ਇਸਲਾਮ ਕਬੂਲ ਕਰ ਲਾ। ਤੇ ਬੱਚੀ ਨੇ ਤੁਹਾਨੂੰ ਦੱਸਿਆ ਉਸ ਤੋਂ ਪਹਿਲੇ ਕਿ ਇਹ ਗੱਲਾਂ ਬਾਤਾਂ ਕਰਦਾ? ਜੀ ਜੀ, ਹਾਂਜੀ। ਠੀਕ ਹੈ।
یہ ناظرین متاثرہ خاندان ہے جن کی بچی کو قتل کیا گیا. ابھی مبارک بھائی بھی ہمارے ساتھ ہیں, ان سے ہم جانتے ہیں لیگل پوزیشن ایف آئی آر کے تعلق سے. مبارک بھائی, ایف آئی آر کے تعلق نہ کوئی دسو کہ ایف آئی آر کی پولیس نے کارکردگی دکھائی ہے. سلیم بھائی, ایف آئی آر پولیس نے اپنے آپ ਨੂੰ ایز اے مسلم ہی ظاہر کیتا کہ ਅਸੀਂ ਮਸੀਹਾਂ ਦਾ ਕੋਈ ਸਾਥ ਨਹੀਂ ਦਿੰਦੇ ਜੀ. ਦਫਾ 302 ਦੇ ਤਹਿਤ ਉਹਨੇ ਐਫ ਆਈ ਆਰ ਕੱਟ ਦਿੱਤੀ ਹੈ ਜੀ. ਇੱਥੇ ਸੈਮਨੇਟ ਇਹ ਲੱਗਦੀ ਜੀ ਕਿਉਂਕਿ ਉਹਦੇ ਮੂੰਹ ਤੇ ਉਹਦੀ ਪੂਰੀ ਬਾਡੀ ਤੇ ਇੱਕ ਖੌਫ ਰਾਸ ਫੈਲਿਆ ਤੇਜ਼ਾਬ ਉਹਦੇ ਤੇ ਸੱਟਿਆ ਗਿਆ ਸੀ ਜੀ. ਤੇ ਉੱਤੇ ਸੈਮਨੇਟ ਇਹ ਲੱਗਦੀ ਸੀ ਮਗਰ ਪੁਲਿਸ ਨੇ ਮੁਲਜ਼ਮਾਨ ਦਾ ਕਿਉਂਕਿ ਉਹ ਬਾਸਰ ਨੇ ਉਹਨਾਂ ਦਾ ਸਾਥ ਦਿੱਤਾ ਹੈ ਜੀ ਤੇ ਇਸ ਮੁਤਾਸਰਾ ਖਾਨਦਾਨ ਦਾ ਸਾਥ ਨਹੀਂ ਦਿੱਤਾ ਜੀ. ਤੇ ਇਹ ਹੁਣ ਇਹਦੇ ਵਿੱਚ ਅਗਰ ਕੋਈ ਤਰਮੀਮਾ ਬਿਆਨ ਦਿੰਨੇ ਜਾਂ ਐਡੀਸ਼ਨਲ ਸਟੇਟਮੈਂਟ ਇਹਨਾਂ ਦੀ ਆਂਦੀ ਤੇ ਦਫਾ ਐਡ ਕੀਤੀ ਜਾ ਸਕਦੀ ਜੀ ਜੀ. ਐਜ਼ ਐਸ ਪੀ ਇਨਵੈਸਟੀਗੇਸ਼ਨ ਜਿਹੜਾ ਹੈਗਾ ਉਹਦੇ ਕੋਲ ਇਖਤਿਆਰ ਹੈ, ਆਈਓ ਕੋਲ ਇਖਤਿਆਰ ਹੈ ਕਿ ਉਹ 780 ਲਾ ਸਕਦਾ ਹੈ ਜੀ ਅਗਰ ਇਨਸਾਫ ਦੇ ਤਕਾਜ਼ੇ ਪੂਰੇ ਕਰਨ ਜੀ ਜੀ. ਅੱਛਾ ਮਾਂ ਜੀ, ਲਾਸ਼ ਜਿਹੜੀ ਕਿਹੜੀ ਜਗ੍ਹਾ ਤੋਂ ਮਿਲੀ ਸੀ? ਜਾਂ ਲਾਸ਼ ਜਿਹੜੀ ਸੀ ਨਾ ਇੱਧਰ ਹੈਗਾ ਆ ਰੋੜਾ ਵਾਲੀ ਸਾਈਡ ਤੇ ਅਗਲੇ ਪਾਸੇ ਨਾ ਕੀੜਿਆਂ ਦਾ ਪਿੰਡ ਉਹਦੇ ਕੋਲ ਉਹਦੇ ਟੋਇਆਂ ਦੇ ਵਿੱਚ ਸੁੱਟੀ ਸੀ, ਟੋਇਆਂ ਦੇ ਵਿੱਚ ਲਾਸ਼? ਟੋਇਆਂ ਚ ਲਾਸ਼ ਸੁੱਟੀ। ਅੱਛਾ, ਤੇ ਤੁਹਾਨੂੰ ਕਿੰਜ ਪਤਾ ਲੱਗਾ ਕਿ ਲਾਸ਼ ਮਿਲੀ? ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਹ ਕੋਈ ਜਗ੍ਹਾ ਤੇ? ਬੁੱਢੀ ਆਂਦੇ ਨੇ ਭੇਡਾਂ ਬੱਕਰੀਆਂ ਚਾਰਦੀ ਫਿਰਦੀ ਸੀ, ਅੱਛਾ, ਉਹਨੇ ਵੇਖੀ, ਉਹਨੇ ਦਵਾ ਦਾ ਆਪਣਾ ਲੀੜਾ ਲਾ ਕੇ ਉਹਦੇ ਵਾਲ ਵੂਲ ਖਿਲਰੇ, ਸਾਰਾ ਬਦਨ ਉਹਨਾਂ ਕੱਪੜੇ ਕੁਪੜੇ ਫੜੇ, ਤੇ ਉਹ ਬੁੱਢੀ ਨੇ ਵਿਚੇ ਨੇ ਆਪਣਾ ਦੁਪੱਟਾ ਪਾਇਆ, ਉਹਨੇ ਫਿਰ ਜਾ ਕੇ ਕੀੜਿਆਂ ਵਾਲੇ ਪਿੰਡ ਦੱਸਿਆ, ਲੋਕੀ ਫਿਰ ਆ ਕੇ ਵੇਖੇ, ਫਿਰ ਖਰੇ ਉਹਨਾਂ ਮੀਡੀਆ ਮੰਗਾਇਆ, ਫਿਰ ਉਹਨਾਂ ਤਸਵੀਰਾਂ ਲਾ ਕੇ ਸਾਰੇ ਲੋਕਾਂ ਕੋਈ ਮੰਨਿਆ ਹੀ ਨਾ ਹੈ। ਉਹ ਫਿਰ ਬਾਅਦ ਦੇ ਵਿੱਚ ਹਸਪਤਾਲ ਲੈ ਗਏ। ਫਿਰ ਜਦੋਂ ਅਸਾਂ ਜਾ ਕੇ ਉੱਥੋਂ ਸਕੂਲ ਚੋਂ ਪਤਾ ਕੀਤਾ, ਉਹਨਾਂ ਫਿਰ ਆਖਿਆ ਵੀ ਉਹਨਾਂ ਮੀਡੀਆ ਵਾਲਿਆਂ ਉੱਥੇ ਹਸਪਤਾਲ ਕਾਲ ਕੀਤੀ ਭਾਈ ਤੇ ਕਾਲ ਕਰਕੇ ਨਾ ਜੀ ਤੇ ਫਿਰ ਉੱਥੇ ਪੁਲਿਸ ਵਾਲੇ ਆਏ, ਉਹਨਾਂ ਨੇ ਦੱਸਿਆ, ਸਾਨੂੰ ਥਾਣੇ ਲੈ ਗਏ। ਉਹਨਾਂ ਨੇ ਕਿਹਾ ਕਿ ਇੱਧਰ ਆਓ ਜ਼ਰਾ, ਇੱਕ ਬਾਡੀ ਦੀ ਤਸਵੀਰ ਜਿਹੜੀ ਹੈ ਨਾ ਮਿਲੀ ਹੈ, ਡੈਡ ਬਾਡੀ ਦੀ ਤਸਵੀਰ ਹੀ ਖਿੱਚੀ ਹੈ, ਇਹ ਚੈੱਕ ਕਰ ਲਓ। ਉਹ ਵੇਖੀ ਤੇ ਉਹ ਬਾਜੀ ਸੀ। ਤੇ ਕਿੱਥੇ ਕੰਮ ਕਰਦੇ ਸਨ ਬਾਜੀ? ਬਾਜੀ ਲੰਮ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਸੀ। ਕੀ ਕੰਮ ਕਰਦੇ ਸਨ? ਉਹ ਆਇਆ ਦਾ ਕੰਮ ਕਰਦੇ ਸੀ। ਤੇ ਭਾਈ ਤੁਸੀਂ ਕੀ ਕਰਦੇ? हेल्पर, जिम दे विच तुसी हेल्पर हो। नाज़रीन, ये बच्चे जो आप देख रहे हैं, मैं आपको बताता चलूं कि इन बच्चों के सर से बाप का साया भी उठ गया है और माँ का साया भी उठ गया है, और इन्हीं सफाक कातलों ने इनके बाप को भी बड़े टेक्निकल तरीके से कत्ल करने के बाद रोड साइड एक्सीडेंट का जो है वो ढंडोरा पीटा था। और आप ये देख सकते हैं कि ये बच्चे अपने वालिदैन के कातलों को जेल के पीछे देखना चाहते हैं, उनसे इंसाफ मांगते हैं। और यहाँ पे मैं आपको बताता चलूं कि अपने तमाम नए देखने और सुनने वालों को बताता चलूं कि लम्स यूनिवर्सिटी की जो मुलाजमा है, उसको बड़ी बेदर्दी के साथ कत्ल कर दिया गया। और कत्ल करने की जो वजह, उसका जो जुर्म, वो सिर्फ इतना था कि उसने इस्लाम कबूल करने से इनकार कर दिया, और इसकी सजा ये दी गई, उसकी शाहरा काट दी, चेहरे पे और जिस्म पे तेजाब फेंक दिया, और फिर उसकी जो डेड बॉडी है वो प्लॉट से मिली है। और ये उसके जो 3 बच्चे हैं, मुकम्मल तौर पर उनके सर से बाप का और माँ का साया जो है वो उठ गया है हमेशा के लिए। तो वो इस्लाम के ठेकेदार जो ये डंडोरा पीटते हैं कि इस्लाम में जबर नहीं है और यहाँ पे जबरी तब्दीली मजहब का कोई ऐसा वाक़या पेश नहीं आता, तो आप देख सकते हैं कि यहाँ पर इस्लाम कबूल ना करने पर जो है मसीही खातून को, जिसके 3 बच्चे हैं जो यतीम हो गए हैं, उसको बेदर्दी के साथ कत्ल कर दिया। तो इस खातून को, इन बच्चों को इंसाफ दिलाने के लिए आप हमारा साथ दें। आप ये देख सकते हैं, ये वो बहन है जिसको कत्ल किया गया। तो आप इस खानदान के साथ इस वीडियो को शेयर करके आला अफसरान तक पहुंचाकर इनका आप साथ दे सकते हैं। तो इस बहन के लिए, इंसाफ के लिए आप खड़े हो जाएं।